ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦਾ ਪਾਰਟ 9 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਲੂਸੈਂਟ ਜੀਕੇ ਦੇ 8 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ MCQ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ। ਜਾ ਕੇ ਅਟੈਂਡ ਕਰੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਅਟੈਂਡ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਕਿਹੜੇ ਰਾਜ ਦਾ ਲੰਬਾ ਸਮੁੰਦਰੀ ਤੱਟ ਹੈ? ਵਿਚ ਸਟੇਟ ਹੈਜ਼ ਲੌਂਗੈਸਟ ਕੋਸਟ ਲਾਈਨ? ਓਡੀਸ਼ਾ, ਮੁੰਬਈ, ਗੁਜਰਾਤ ਜਾਂ ਤਮਿਲਨਾਡੂ? ਤਾਂ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਜੇਕਰ ਤੁਸੀਂ ਜੀਕੇ ਦੀ ਤਿਆਰੀ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਟੈਟਿਕ ਜੀਕੇ ਕਵਰ ਕਰੋ। ਉਸ ਤੋਂ ਬਾਅਦ ਤੁਸੀਂ ਪੋਲਿਟੀ, ਹਿਸਟਰੀ, ਜੋਗਰਾਫੀ ਇਹਦੀਆਂ ਕਲਾਸਾਂ ਲਗਾਓ। ਤਾਂ ਉਹ ਵੀ ਕਲਾਸਾਂ ਆਪਣੀਆਂ ਆਲਰੇਡੀ ਅਪਲੋਡਡ ਨੇ, ਉਹ ਵੀ ਤੁਸੀਂ ਆਪਣੇ ਚੈਨਲ 'ਤੇ ਜਾ ਕੇ ਅਟੈਂਡ ਕਰ ਸਕਦੇ ਹੋ। ਬਟ ਪਹਿਲਾਂ ਤੁਹਾਡੀ ਸਟੈਟਿਕ ਜੀਕੇ ਕਵਰ ਹੋਣੀ ਬਹੁਤ ਜ਼ਰੂਰੀ ਹੈ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਗੁਜਰਾਤ। ਠੀਕ ਹੈ ਜੀ। ਤਾਂ ਗੁਜਰਾਤ ਇੱਕ ਇਹੋ ਜਿਹਾ ਸਟੇਟ ਹੈ ਜਿਹਦੀ ਲੌਂਗੈਸਟ ਕੋਸਟ ਲਾਈਨ ਹੈ, ਸਮੁੰਦਰੀ ਤੱਟ ਜਿਹਦਾ ਸਭ ਤੋਂ ਲੰਬਾ ਹੈ, ਤਾਂ ਉਹ ਹੈ ਆਪਣਾ ਗੁਜਰਾਤ। ਠੀਕ ਹੈ ਜੀ। ਤੁਹਾਨੂੰ ਪੁੱਛਿਆ ਜਾਊਗਾ, ਆਨਸਰ ਨੰਬਰ 3 ਆਊਗਾ ਇਹਦਾ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਦੱਖਣੀ ਗੰਗਾ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ? ਵਿਚ ਰਿਵਰ ਇਜ਼ ਨੋਨ ਐਜ਼ ਦਕਸ਼ਿਣ ਗੰਗਾ? ਕਿਹੜੀ ਨਦੀ ਹੈ ਉਹ ਜਿਹਨੂੰ ਦੱਖਣੀ ਗੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਗੰਗਾ, ਗੋਦਾਵਰੀ, ਅਲਕਨੰਦਾ ਜਾਂ ਨਰਮਦਾ? ਤਾਂ ਆਪਾਂ ਨੂੰ ਪਤਾ ਕਿ ਇੰਡੀਆ ਦੀ ਸਭ ਤੋਂ ਜਿਹੜੀ ਲੰਬੀ ਨਦੀ ਹੈ ਉਹ ਕਿਹੜੀ ਹੈ? ਗੰਗਾ ਹੈ। ਠੀਕ ਹੈ ਜੀ। ਤਾਂ ਗੰਗਾ ਹੈਗੀ। ਗੰਗਾ ਦੀ ਕਿੰਨੀ ਲੰਬਾਈ ਹੈ? ਟੋਟਲ ਜਿਹੜੀ ਅਪਰੋਕਸੀਮੇਟਲੀ ਜੇ ਇਹਦੀ ਲੰਬਾਈ ਪੁੱਛੀ ਜਾਵੇ ਤਾਂ ਉਹ ਹੈਗੀ ਆਪਣੀ 2525 ਕਿਲੋਮੀਟਰ। ਠੀਕ ਹੈ ਜੀ। ਤਾਂ ਵੈਸੇ ਜਿਹੜੀ ਇੰਡੀਆ ਦੇ ਵਿੱਚ ਇਹ ਵਹਿੰਦੀ ਹੈ, ਇੰਡੀਆ ਦੇ ਵਿੱਚ ਇਹਦੀ ਲੰਬਾਈ ਹੈ 2510 ਕਿਲੋਮੀਟਰ। ਠੀਕ ਹੈ ਜੀ। ਤੁਹਾਨੂੰ ਪੁੱਛਿਆ ਜਾਂਦਾ ਹੈਗਾ, ਤਾਂ ਬਹੁਤ ਇੰਪੋਰਟੈਂਟ ਇਹ ਬਣ ਜਾਂਦਾ ਹੈਗਾ। ਤਾਂ ਅਪਰੋਕਸੀਮੇਟਲੀ ਵੈਸੇ ਇਹਦੀ ਲੰਬਾਈ ਜੇ ਤੁਹਾਨੂੰ ਪੁੱਛਿਆ ਜਾਊ ਤਾਂ 2525 ਕਿਲੋਮੀਟਰ ਹੈ। ਠੀਕ ਹੈ ਜੀ। ਤਾਂ ਗੰਗਾ ਦੀ। ਤਾਂ ਜਿਹੜੀ ਦਕਸ਼ਿਣ ਗੰਗਾ ਹੈ ਉਹ ਕਿਹਨੂੰ ਕਿਹਾ ਜਾਂਦਾ? ਤਾਂ ਉਹ ਕਿਹਾ ਜਾਂਦਾ ਗੋਦਾਵਰੀ ਨੂੰ। ਅਤੇ ਇਹਦਾ ਆਨਸਰ ਨੰਬਰ 2 ਆਊਗਾ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਗੋਦਾਵਰੀ ਨੂੰ ਕੀ ਕਿਹਾ ਜਾਂਦਾ? ਦਕਸ਼ਿਣ ਗੰਗਾ। ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੀਰਾਕੁੰਡ ਡੈਮ ਕਿਸ ਨਦੀ ਉੱਤੇ ਬਣਿਆ ਹੈ? ਹੀਰਾਕੁੰਡ ਡੈਮ ਇਜ਼ ਬਿਲਟ ਔਨ ਵਿਚ ਰਿਵਰ? ਗੋਦਾਵਰੀ, ਮਹਾਨਦੀ, ਨਰਮਦਾ ਜਾਂ ਬਿਆਸ? ਤਾਂ ਜਿੰਨੇ ਵੀ ਤੁਹਾਡੇ ਡੈਮਸ ਨੇ ਉਹ ਵੀ ਤੁਹਾਡੇ ਸਾਰੇ ਕਵਰ ਕਰਵਾਏ ਜਾਣਗੇ 1 ਬਾਏ 1। ਤਾਂ ਇਹ ਸੀਰੀਜ਼ ਦੇ ਵਿੱਚ ਆਪਾਂ ਸਾਰੇ ਮਿਕਸ ਕੁਐਸਚਨ ਲੈ ਕੇ ਆਉਣੇ ਆ। ਇਹਦੇ ਵਿੱਚ ਕੰਪਿਊਟਰ ਦੇ, ਸਾਇੰਸ ਦੇ, ਬਾਇਓਲੋਜੀ ਦੇ, ਠੀਕ ਹੈ ਜੀ। ਤੁਹਾਨੂੰ ਸਾਰੇ ਇਹਦੇ ਵਿੱਚ ਕੁਐਸਚਨ ਮਿਲਣਗੇ। ਤੁਹਾਡੇ ਸਟੈਟਿਕ ਜਿਹੜਾ ਤੁਹਾਡਾ ਪੋਰਸ਼ਨ ਹੈ, ਠੀਕ ਹੈ ਜੀ। ਤਾਂ ਸਟੈਟਿਕ ਪੋਰਸ਼ਨ ਤੁਹਾਡੇ ਲਈ ਕਵਰ ਕਰਨਾ ਬਹੁਤ ਜ਼ਰੂਰੀ ਹੈ। ਤਾਂ ਸਟੈਟਿਕ ਜੀਕੇ ਤੁਹਾਨੂੰ, ਕਿਉਂਕਿ ਜਿਹੜੀ ਸਟੈਟਿਕ ਹੈ ਸਥਿਰ, ਜਿਹਨੂੰ ਆਪਾਂ ਕਹਿੰਦੇ ਹਾਂ, ਸਟੈਟਿਕ ਦਾ ਮਤਲਬ ਹੁੰਦਾ ਸਥਿਰ, ਜਿਹੜੀ ਚੀਜ਼ ਨੇ ਆਉਣਾ ਹੀ ਆਉਣਾ ਤੁਹਾਨੂੰ ਪੇਪਰਾਂ ਦੇ ਵਿੱਚ। ਠੀਕ ਹੈ ਜੀ। ਤਾਂ ਸਟੈਟਿਕ ਜੀਕੇ ਤੁਸੀਂ ਪਹਿਲਾਂ ਆਪਣੀ ਜ਼ਰੂਰ ਕਵਰ ਕਰਿਆ ਕਰੋ, ਉਸ ਤੋਂ ਬਾਅਦ ਤੁਸੀਂ ਅਗਲੀ ਤਿਆਰੀ ਜਾਰੀ ਰੱਖਿਆ ਕਰੋ। ਠੀਕ ਹੈ ਜੀ। ਤਾਂ ਜਿੰਨੇ ਵੀ ਇਹ ਆਪਣੇ ਸੈਸ਼ਨ ਇਹਦੇ ਆਉਣਗੇ ਲੂਸੈਂਟ ਜੀਕੇ ਦੇ, ਤਾਂ ਇਹਦੇ ਵਿੱਚ ਆਪਾਂ ਸਾਰੀ ਸਟੈਟਿਕ ਜੀਕੇ, ਜਿਹੜੀ ਸਾਰੀ ਲੂਸੈਂਟ ਜੀਕੇ ਦੀ ਬੁੱਕ ਹੈ ਉਹ ਕਵਰ ਕਰ ਲੈਣੀ ਹੈ। ਤਾਂ ਜਿਹੜਾ ਆਪਣਾ ਹੀਰਾਕੁੰਡ ਡੈਮ ਹੈ ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਊ ਕਿ ਇਹ ਕਿਹੜੀ ਨਦੀ ਦੇ ਉੱਤੇ ਬਣਿਆ? ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਮਹਾਨਦੀ ਦੇ ਉੱਤੇ ਬਣਿਆ ਹੋਇਆ ਇਹ। ਠੀਕ ਹੈ ਜੀ। ਤਾਂ ਮਹਾਨਦੀ ਇਹਦਾ ਆਨਸਰ ਆਊਗਾ, ਆਨਸਰ ਨੰਬਰ 2। ਹੀਰਾਕੁੰਡ ਡੈਮ ਕਿਹੜੀ ਨਦੀ 'ਤੇ ਬਣਿਆ? ਮਹਾਨਦੀ 'ਤੇ। ਠੀਕ ਹੈ ਜੀ। ਤਾਂ ਇਹ ਯਾਦ ਕਰ ਲਿਓ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਸਭ ਤੋਂ ਵੱਡਾ ਕਬੀਲਾ ਗਰੁੱਪ ਕਿਹੜਾ ਹੈ? ਵਿਚ ਇਜ਼ ਦੀ ਬਿਗੈਸਟ ਟਰਾਈਬਲ ਗਰੁੱਪ ਇਨ ਇੰਡੀਆ? ਗੋਂਡ, ਸੰਥਾਲ, ਬਿਰਸਾ ਮੁੰਡਾ ਜਾਂ ਭੀਲ? ਤਾਂ ਇਹ ਆਪਾਂ ਜਾਣਦੇ ਹਾਂ ਕਿ ਜਿਹੜਾ ਆਪਣਾ ਇੰਡੀਆ ਹੈ ਇਹਦੇ ਵਿੱਚ ਇਹ ਭਿੰਨਤਾਵਾਂ ਦਾ ਦੇਸ਼ ਹੈ। ਠੀਕ ਹੈ ਜੀ। ਤਾਂ ਇਹਦੇ ਵਿੱਚ ਬਹੁਤ ਸਾਰੇ ਕਬੀਲੇ, ਬਹੁਤ ਸਾਰੀਆਂ ਜਾਤੀਆਂ, ਬਹੁਤ ਸਾਰੀਆਂ ਜਾਤਾਂ ਪ੍ਰਜਾਤਾਂ ਇੱਥੇ ਰਹਿੰਦੀਆਂ ਨੇ। ਠੀਕ ਹੈ ਜੀ। ਤਾਂ ਆਪਾਂ ਜਾਣਦੇ ਹਾਂ, ਤਾਂ ਇਹ ਭਿੰਨਤਾਵਾਂ ਦਾ ਦੇਸ਼ ਹੈ। ਹਰ ਇੱਕ ਮਤਲਬ ਵਰਗ ਦਾ ਜਿਹੜਾ ਬੰਦਾ ਉਹ ਇੱਥੇ ਪਾਇਆ ਜਾਂਦਾ। ਤਾਂ ਇਹਦੇ ਵਿੱਚ ਜਿਹੜੇ ਕਬੀਲੇ ਬਣੇ ਹੋਏ ਨੇ ਆਪਣੇ, ਠੀਕ ਹੈ ਜੀ। ਤਾਂ ਕਬੀਲਿਆਂ ਬਾਰੇ ਆਪਾਂ ਜਾਣਦੇ ਹਾਂ ਕਿ ਆਪਣੇ ਇੰਡੀਆ ਦੇ ਜਿਹੜੇ ਫੇਮਸ ਕਬੀਲੇ ਨੇ, ਠੀਕ ਹੈ ਜੀ। ਇੱਧਰ ਛੱਤੀਸਗੜ੍ਹ, ਝਾਰਖੰਡ, ਤਾਂ ਇੱਧਰ ਇਹ ਰਹਿੰਦੇ ਨੇ। ਠੀਕ ਹੈ ਜੀ। ਅਲੱਗ ਅਲੱਗ
मतलब ਸਟੇਟਸ ਦੇ ਵਿੱਚ ਹੀ ਰਹਿੰਦੇ ਨੇ। ਗੌਂਡ, ਸੰਥਾਲ, ਵਿਰਸਾ ਮੁੰਡਾ ਜਾਂ ਭੀਲ, ਠੀਕ ਹੈ ਜੀ। ਤਾਂ ਇਹਨਾਂ ਦੇ ਵਿੱਚ ਉਹ ਕਿਹੜਾ ਕਬੀਲਾ ਹੈ ਜਿਹਦਾ ਗਰੁੱਪ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਕਬੀਲਾ ਜਿਹੜਾ ਮੰਨਿਆ ਜਾਂਦਾ, ਤਾਂ ਉਹ ਸਭ ਤੋਂ ਪਹਿਲੇ ਨੰਬਰ 'ਤੇ ਜਿਹੜਾ ਆਉਂਦਾ ਉਹ ਆਉਂਦਾ ਸੰਥਾਲ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਇਹਦਾ। ਤਾਂ ਸੰਥਾਲ ਸਭ ਤੋਂ ਵੱਡਾ। ਅਤੇ ਮੈਂ ਸੈਕਿੰਡ ਨੰਬਰ 'ਤੇ ਵੀ ਲਿਖਿਆ ਹੋਇਆ, ਜਿਹੜਾ ਦੂਜੇ ਨੰਬਰ 'ਤੇ ਆਉਂਦਾ ਉਹ ਆਉਂਦਾ ਗੌਂਡ, ਠੀਕ ਹੈ ਜੀ। ਪਹਿਲੇ ਨੰਬਰ 'ਤੇ ਸੰਥਾਲ ਆਉਂਦਾ, ਦੂਸਰੇ ਨੰਬਰ 'ਤੇ ਗੌਂਡ ਆਉਂਦਾ, ਠੀਕ ਹੈ ਜੀ। ਤਾਂ ਇਹ ਮਤਲਬ ਵੱਖ-ਵੱਖ ਇਹ ਸਟੇਟਾਂ ਦੇ ਵਿੱਚ ਵਸੇ ਹੋਏ ਨੇ, ਜਿਵੇਂ ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਠੀਕ ਹੈ ਜੀ। ਤਾਂ ਇੱਧਰ ਇਹ ਤੁਹਾਨੂੰ ਮਿਲ ਜਾਣਗੇ ਗੌਂਡ, ਸੰਥਾਲ, ਠੀਕ ਹੈ ਜੀ। ਜਿੰਨੇ ਵੀ ਕਬੀਲੇ ਨੇ ਤਾਂ ਇਹ ਅਲੱਗ-ਅਲੱਗ ਸਟੇਟਸ ਦੇ ਵਿੱਚ ਇਹ ਮਤਲਬ ਵਸੇ ਹੋਏ ਨੇ। ਤਾਂ ਸੈਕਿੰਡ ਨੰਬਰ 'ਤੇ ਗੌਂਡ ਆਉਂਦਾ ਅਤੇ ਪਹਿਲੇ ਨੰਬਰ 'ਤੇ ਆਉਂਦਾ ਸੰਥਾਲ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਕੁਐਸਚਨ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਫੋਰੈਸਟ ਆਫ ਦੀ ਵਰਲਡ ਹੈਰੀਟੇਜ ਕਿਸ ਦਾ ਨਾਮ ਹੈ? ਫੋਰੈਸਟ ਆਫ ਦੀ ਵਰਲਡ ਹੈਰੀਟੇਜ ਇਜ਼ ਦੀ ਨੇਮ ਆਫ ਸੁੰਦਰਬਨ, ਐਮਾਜ਼ੋਨ ਫੋਰੈਸਟ, ਮੱਧ ਪ੍ਰਦੇਸ਼ ਫੋਰੈਸਟ ਜਾਂ ਆਲ ਆਫ ਦੀ ਅਬਵ। ਤਾਂ ਫੋਰੈਸਟ ਆਫ ਦੀ ਵਰਲਡ ਹੈਰੀਟੇਜ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਤੁਹਾਨੂੰ ਪੁੱਛਿਆ ਜਾ ਸਕਦਾ ਪੇਪਰਾਂ ਦੇ ਵਿੱਚ। ਤਾਂ ਫੋਰੈਸਟ ਆਫ ਦੀ ਵਰਲਡ ਹੈਰੀਟੇਜ ਆਪਾਂ ਕਿਹਨੂੰ ਕਹਿੰਦੇ ਹਾਂ? ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ ਸੁੰਦਰਬਨ, ਠੀਕ ਹੈ ਜੀ। ਸੁੰਦਰਬਨ ਜਿਹੜੇ ਆਪਣੇ ਫੋਰੈਸਟ ਨੇ, ਇਹਨਾਂ ਨੂੰ ਕਿਹਾ ਜਾਂਦਾ ਫੋਰੈਸਟ ਆਫ ਦੀ ਵਰਲਡ ਹੈਰੀਟੇਜ। ਕਿੱਥੇ ਨੇ ਇਹ? ਵੈਸਟ ਬੰਗਾਲ ਦੇ ਵਿੱਚ। ਵੈਸਟ ਬੰਗਾਲ ਦੇ ਵਿੱਚ ਇੱਕ ਡੈਲਟਾ ਵੀ ਬਣਦਾ, ਠੀਕ ਹੈ ਜੀ। ਡੈਲਟਾ ਉਹਨੂੰ ਵੀ ਕੀ ਕਹਿੰਦੇ ਨੇ? ਸੁੰਦਰਬਨ ਡੈਲਟਾ ਕਹਿੰਦੇ ਨੇ। ਅਤੇ ਕਿਹੜੀਆਂ ਨਦੀਆਂ ਮਤਲਬ ਉਹਨੂੰ ਬਣਾਉਂਦੀਆਂ ਨੇ? ਤਾਂ ਉਹ ਬਣਾਉਂਦੀਆਂ ਨੇ ਗੰਗਾ ਪਲੱਸ ਬ੍ਰਹਮਪੁੱਤਰ, ਠੀਕ ਹੈ ਜੀ। ਤਾਂ ਗੰਗਾ ਅਤੇ ਬ੍ਰਹਮਪੁੱਤਰ ਜਿਹੜੀਆਂ ਨਦੀਆਂ, ਇਹ ਦੋ ਨਦੀਆਂ ਮਿਲ ਕੇ ਜਿਹੜਾ ਸੁੰਦਰਬਨ ਡੈਲਟਾ ਬਣਾਉਂਦੀਆਂ ਵੈਸਟ ਬੰਗਾਲ ਦੇ ਵਿੱਚ। ਅਤੇ ਇੱਥੇ ਹੀ ਮਤਲਬ ਜਿਹੜੇ ਸੁੰਦਰਬਨ ਆਪਾਂ ਕਹਿ ਦਿੰਦੇ ਹਾਂ ਕਿ ਜੰਗਲ ਹੈ, ਇਹ ਪਾਏ ਜਾਂਦੇ ਨੇ। ਇਹ ਜੰਗਲ ਕਾਹਦੇ ਕਰਕੇ ਫੇਮਸ ਨੇ ਸੁੰਦਰਬਨ? ਇਹਦਾ ਆਨਸਰ ਨੰਬਰ 1 ਆਊਗਾ। ਸੁੰਦਰਬਨ ਜਿਹੜੇ ਜੰਗਲ ਨੇ ਕਾਹਦੇ ਲਈ ਫੇਮਸ ਨੇ? ਤਾਂ ਇਹ ਮੈਨਗਰੂਵ ਦੇ ਲਈ ਫੇਮਸ ਨੇ। ਮੈਨਗਰੂਵ ਇੱਕ ਸਪੈਸ਼ਲ ਟਾਈਪ ਦੇ ਮਤਲਬ ਇਹ ਆਪਾਂ ਕਹਿ ਦਿੰਦੇ ਹਾਂ ਬਨਸਪਤੀ ਹੈਗੀ, ਦਰਖਤ ਨੇ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤਾਂ ਮੈਨਗਰੂਵ ਦੇ ਲਈ ਇਹ ਬਹੁਤ ਜਾਣੇ ਜਾਂਦੇ ਨੇ। ਜਿਨ੍ਹਾਂ ਦੀਆਂ ਜੜ੍ਹਾਂ ਹੁੰਦੀਆਂ ਉਹ ਮਤਲਬ ਮਿੱਟੀ ਦੇ ਵਿੱਚ ਬਹੁਤ ਦੂਰ ਤੱਕ ਹੁੰਦੀਆਂ, ਅਤੇ ਮਿੱਟੀ ਨੂੰ ਉਹਨਾਂ ਨੇ ਜਕੜ ਕੇ ਰੱਖਿਆ ਹੁੰਦਾ, ਉਹਨਾਂ ਨੂੰ ਮੈਨਗਰੂਵ ਕਿਹਾ ਜਾਂਦਾ। ਅਤੇ ਪਾਣੀ ਦੇ ਵਿੱਚ ਮਤਲਬ ਕਿਉਂਕਿ ਇੱਥੇ ਪਾਣੀ ਬਹੁਤ ਜ਼ਿਆਦਾ ਹੁੰਦਾ, ਤਾਂ ਉਹਦੇ ਵਿੱਚ ਉਹ ਸਾਰਾ ਸਾਲ ਉਹ ਖੜ੍ਹੇ ਰਹਿੰਦੇ ਨੇ ਅਤੇ ਉਹ ਸੁੱਕਦੇ ਨਹੀਂ, ਠੀਕ ਹੈ ਜੀ। ਤਾਂ ਬਹੁਤ ਉਹ ਸਟਰੋਂਗ ਹੁੰਦੇ ਨੇ। ਤਾਂ ਇੱਕ ਅਲੱਗ ਟਾਈਪ ਦੀ ਇਹ ਬਨਸਪਤੀ ਹੈ ਮੈਨਗਰੂਵ। ਤਾਂ ਮੈਨਗਰੂਵ ਕਰਕੇ ਇਹ ਬਹੁਤ ਫੇਮਸ ਨੇ ਸੁੰਦਰਬਨ। ਕਿੱਥੇ ਨੇ ਇਹ? ਵੈਸਟ ਬੰਗਾਲ ਦੇ ਵਿੱਚ। ਇਹ ਤੁਹਾਨੂੰ ਪੁੱਛਿਆ ਜਾਊਗਾ। ਤਾਂ ਇਹਨੂੰ ਫੋਰੈਸਟ ਆਫ ਦੀ ਵਰਲਡ ਹੈਰੀਟੇਜ ਵੀ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਆਨਸਰ ਨੰਬਰ 1 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਅਨੁਛੇਦ 21A ਕਿਸ ਸੋਧ ਦੁਆਰਾ ਸ਼ਾਮਿਲ ਕੀਤਾ ਗਿਆ? ਆਰਟੀਕਲ 21A ਇਜ਼ ਐਡਡ ਬਾਈ ਵਿਚ ਅਮੈਂਡਮੈਂਟ। ਤਾਂ ਇਹ ਤੁਹਾਡਾ ਪੋਲਿਟੀ ਦਾ ਕੁਐਸਚਨ ਹੈ, ਠੀਕ ਹੈ ਜੀ। ਇਹ ਵੀ ਇਹੋ ਜਿਹੇ ਕੁਐਸਚਨ ਤੁਹਾਨੂੰ ਬਹੁਤ ਪੁੱਛੇ ਜਾਣਗੇ। ਅਤੇ ਇਹ ਜਿੰਨੇ ਵੀ ਕੁਐਸਚਨ ਮੈਂ ਤੁਹਾਨੂੰ ਅਟੈਂਪਟ ਕਰਵਾਉਣੇ ਨੇ, ਇਹ ਸਾਰੇ ਮੋਡਰੇਟ ਅਤੇ ਰੇਅਰ ਕੁਐਸਚਨ ਨੇ, ਜਿਹੜੇ ਮਤਲਬ ਹਰ ਵਾਰ ਪੁੱਛੇ ਜਾਂਦੇ ਨੇ ਪੇਪਰ ਦੇ ਵਿੱਚ, ਅਤੇ ਜਿਹਦੇ ਵਿੱਚ ਤੁਸੀਂ ਕਨਫਿਊਜ਼ ਹੁੰਦੇ ਹੋ। ਤਾਂ ਆਰਟੀਕਲ 21A ਜਿਹੜਾ ਐਡ ਕੀਤਾ ਗਿਆ, ਕਿਹੜੀ ਅਮੈਂਡਮੈਂਟ ਦੁਆਰਾ ਐਡ ਕੀਤਾ ਗਿਆ, ਤੁਹਾਨੂੰ ਪੁੱਛਿਆ ਜਾਊਗਾ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਠੀਕ ਹੈ ਜੀ। ਜਿਹੜੀ 86th ਅਮੈਂਡਮੈਂਟ ਹੋਈ ਸੀ 2002 ਦੇ ਵਿੱਚ, ਠੀਕ ਹੈ ਜੀ। ਕਿਤੇ ਤੁਸੀਂ ਇਹ 42ਵੀਂ ਅਮੈਂਡਮੈਂਟ ਨਾ ਲਾਇਓ, ਕਿਉਂਕਿ 42ਵੀਂ ਅਮੈਂਡਮੈਂਟ ਨੂੰ ਕੀ ਕਿਹਾ ਜਾਂਦਾ? ਮਿਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ। ਬਹੁਤ ਕੁਛ ਐਡ ਕੀਤਾ ਗਿਆ 42ਵੀਂ ਅਮੈਂਡਮੈਂਟ ਦੇ ਨਾਲ। ਤਾਂ ਇਹ 1976 ਦੇ ਵਿੱਚ ਹੋਈ ਸੀ, ਆਪਾਂ ਨੂੰ ਪਤਾ ਹੈ, ਠੀਕ ਹੈ ਜੀ। 42ਵੀਂ ਅਮੈਂਡਮੈਂਟ ਜਿਹੜੀ ਹੋਈ ਸੀ। 44ਵੀਂ ਕਦੋਂ ਹੋਈ ਸੀ? 1978 ਦੇ ਵਿੱਚ। ਇਹਨੂੰ ਯਾਦ ਕਰਨ ਦਾ ਕੀ ਤਰੀਕਾ ਹੈ? 4+4 8, ਠੀਕ ਹੈ ਜੀ। 1978 ਬਣ ਗਿਆ, ਅਤੇ 4+2 6 1976, ਠੀਕ ਹੈ ਜੀ। ਅਤੇ ਤੁਸੀਂ ਯਾਦ ਰੱਖਿਓ। ਤਾਂ 44ਵੀਂ ਆਪਣੀ 1978 ਦੇ ਵਿੱਚ ਹੋਈ ਸੀ, ਤਾਂ ਇਹ ਹੋਏਗਾ 86 ਦੇ ਵਿੱਚ। ਆਨਸਰ ਨੰਬਰ 3 ਆਊਗਾ। ਇਹਦਾ ਕੀ ਮਤਲਬ? ਇਹ ਜਿਹੜਾ ਐਡ ਹੋਇਆ ਆਪਣਾ 21A, ਜਿਹਨੂੰ ਆਪਾਂ ਕਹਿੰਦੇ ਹਾਂ ਜਿਹੜਾ ਆਰਟੀਕਲ ਹੈ, ਇਹ ਐਜੂਕੇਸ਼ਨ ਦੇ ਨਾਲ ਰਿਲੇਟਡ ਹੈ। ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਟੂ ਆਲ ਚਿਲਡਰਨ ਏਜ 6 to 14 ਈਅਰ, ਠੀਕ ਹੈ ਜੀ। ਤਾਂ 6 ਤੋਂ 14 ਸਾਲ ਤੱਕ ਦੇ ਜਿੰਨੇ ਵੀ ਬੱਚੇ ਨੇ, ਉਹਨਾਂ ਨੂੰ ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ ਦੇਣੀ ਜ਼ਰੂਰੀ ਹੈ। ਤਾਂ ਇਹ 21A ਦੇ ਵਿੱਚ ਲਿਖਿਆ ਗਿਆ। ਤਾਂ 86ਵੀਂ ਅਮੈਂਡਮੈਂਟ, 86th ਅਮੈਂਡਮੈਂਟ 2002 ਦੇ ਵਿੱਚ ਜਿਹੜੀ ਹੋਈ ਸੀ, ਠੀਕ ਹੈ ਜੀ। ਤਾਂ ਆਨਸਰ ਨੰਬਰ 3 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਅਨੁਛੇਦ ਸੰਵਿਧਾਨ ਦੀ ਸੋਧ ਕਰਨ ਨਾਲ ਸੰਬੰਧਿਤ ਹੈ? ਵਿਚ ਆਫ ਦੀ ਫਾਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਅਮੈਂਡਮੈਂਟ ਆਫ ਕੌਂਸਟੀਟਿਊਸ਼ਨ? ਆਰਟੀਕਲ 32, ਆਰਟੀਕਲ 226, ਆਰਟੀਕਲ 368 ਜਾਂ ਆਰਟੀਕਲ 143? ਤਾਂ ਇਹ ਕੁਐਸਚਨ ਦੇ ਨਾਲ ਨਾਲ ਆਪਾਂ ਇਹ ਸਾਰੇ ਜਿੰਨੇ ਵੀ ਆਰਟੀਕਲ ਇਹਨਾਂ ਬਾਰੇ ਵੀ ਆਪਾਂ ਡਿਸਕਸ ਕਰ ਲਾਂਗੇ। ਜਿਹੜਾ ਆਰਟੀਕਲ 32 ਹੈ, ਇਹ ਆਪਾਂ ਨੂੰ ਇਹਦਾ ਕੀ ਨਾਮ ਹੈ? ਇਹ ਆਰਟੀਕਲ ਦਾ ਕੌਂਸਟੀਟਿਊਸ਼ਨਲ ਰੈਮੀਡੀਜ਼, ਠੀਕ ਹੈ ਜੀ। ਜੇਕਰ ਤੁਸੀਂ ਆਪਣੇ ਫੰਡਾਮੈਂਟਲ ਰਾਈਟ
ਜਿਹੜੇ ਉਹ ਲਾਗੂ ਕਰਵਾਉਣੇ ਨੇ, ਤੁਹਾਡਾ ਫੰਡਾਮੈਂਟਲ ਰਾਈਟ ਹੈ ਜਿਹੜਾ ਉਹ ਵਾਇਲੇਟ ਹੋ ਗਿਆ, ਤਾਂ ਉਹ ਆਰਟੀਕਲ 32 ਦੇ ਤਹਿਤ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ। ਠੀਕ ਹੈ ਜੀ, ਤਾਂ ਕਰਕੇ ਇਹਨੂੰ ਕੌਂਸਟੀਟਿਊਸ਼ਨਲ ਰੈਮੇਡੀਜ਼ ਕਿਹਾ ਗਿਆ ਹੈਗਾ। ਤਾਂ ਆਰਟੀਕਲ 226 ਦੇ ਤਹਿਤ ਤੁਸੀਂ ਕਿੱਥੇ ਜਾ ਸਕਦੇ ਹੋ? ਹਾਈ ਕੋਰਟ ਜਾ ਸਕਦੇ ਹੋ। ਜਿਵੇਂ ਕਿ ਆਰਟੀਕਲ 32 ਦੇ ਤਹਿਤ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ ਜੇਕਰ ਤੁਹਾਡੇ ਫੰਡਾਮੈਂਟਲ ਰਾਈਟ ਵਾਇਲੇਟ ਹੋਏ ਨੇ। ਤਾਂ ਜਿਹੜਾ ਆਰਟੀਕਲ 143 ਹੈ, ਇਹਦੇ ਵਿੱਚ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੁੰਦਾ ਉਹ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਕਿਸੇ ਵੀ ਮਾਮਲੇ ਦੇ ਵਿੱਚ। ਠੀਕ ਹੈ ਜੀ, ਜਿਹੜਾ ਕਿ ਕਾਨੂੰਨ ਦੇ ਨਾਲ ਸੰਬੰਧਿਤ ਕੋਈ ਮਾਮਲਾ ਹੈ, ਤਾਂ 143 ਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸੁਪਰੀਮ ਕੋਰਟ ਤੋਂ ਕੀ ਲੈ ਸਕਦਾ? ਸਲਾਹ ਲੈ ਸਕਦਾ। ਤਾਂ ਜਿਹੜਾ ਬਚਿਆ ਆਰਟੀਕਲ ਹੈ ਉਹੀ ਇਹਦਾ ਆਨਸਰ ਹੈ, ਆਨਸਰ ਨੰਬਰ 3। ਤਾਂ ਆਰਟੀਕਲ 368 ਹੈ ਜਿਹੜਾ ਉਹ ਕਾਹਦੇ ਨਾਲ ਸੰਬੰਧਿਤ ਹੈ? ਕੌਂਸਟੀਟਿਊਸ਼ਨਲ ਦੀ ਅਮੈਂਡਮੈਂਟ ਨਾਲ। ਜੇ ਤੁਸੀਂ ਸੰਵਿਧਾਨ ਦੇ ਵਿੱਚ ਕੋਈ ਸੋਧ ਕਰਨੀ ਹੈ ਤਾਂ ਆਰਟੀਕਲ 368 ਦੇ ਤਹਿਤ ਉਹ ਸੋਧ ਹੋਊਗੀ। ਠੀਕ ਹੈ ਜੀ, ਤਾਂ ਆਨਸਰ ਨੰਬਰ ਇਹਦਾ 3 ਆਊਗਾ। ਇਹਨਾਂ ਵਿੱਚੋਂ ਕਿਸ ਕੋਲ ਰਾਜ ਦਾ ਨਾਮ ਅਤੇ ਸੀਮਾ ਬਦਲਣ ਦੀ ਸ਼ਕਤੀ ਹੈ? ਵਿਚ ਆਫ ਦੀ ਫੋਲੋਇੰਗ ਹੈਵ ਦੀ ਪਾਵਰ ਟੂ ਚੇਂਜ ਦੀ ਨੇਮ ਐਂਡ ਬਾਉਂਡਰੀ ਆਫ ਅ ਸਟੇਟ? ਤਾਂ ਉਹ ਕਿਹੜਾ ਮਤਲਬ ਉਹ ਅਦਾਰਾ ਹੈਗਾ ਜਿਹੜਾ ਕਿਸੇ ਸਟੇਟ ਦਾ ਨਾਮ ਵੀ ਚੇਂਜ ਕਰ ਸਕਦਾ ਅਤੇ ਉਹਦੀ ਬਾਉਂਡਰੀ ਵੀ ਸੈੱਟ ਕਰ ਸਕਦਾ? ਸੁਪਰੀਮ ਕੋਰਟ, ਹਾਈ ਕੋਰਟ, ਪਾਰਲੀਮੈਂਟ ਜਾਂ ਲੋਕ ਸਭਾ? ਤਾਂ ਉਹ ਜਿਹੜੀ ਸੰਸਥਾ ਹੈ ਉਹ ਹੈ ਆਪਣੀ ਪਾਰਲੀਮੈਂਟ। ਠੀਕ ਹੈ ਜੀ, ਜੇ ਮਤਲਬ ਜ਼ਿਆਦਾਤਰ ਸਟੂਡੈਂਟ ਜਿਹੜੇ ਲਾ ਕੇ ਆਉਣਗੇ ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟ ਲਾ ਕੇ ਆਉਣਗੇ। ਠੀਕ ਹੈ ਜੀ, ਪਰ ਜ਼ਿਆਦਾਤਰ ਜਿਹੜੀ ਸ਼ਕਤੀ ਹੈ, ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਇਹ ਜਿਹੜਾ ਇਹਦਾ ਆਨਸਰ ਬਣ ਜਾਂਦਾ ਉਹ ਬਣ ਜਾਂਦਾ ਪਾਰਲੀਮੈਂਟ। ਪਾਰਲੀਮੈਂਟ ਦੇ ਵਿੱਚ ਕੀ ਹੁੰਦਾ? ਲੋਕ ਸਭਾ ਹੁੰਦੀ ਹੈ, ਰਾਜ ਸਭਾ ਹੁੰਦੀ ਹੈ ਅਤੇ ਪ੍ਰੈਜ਼ੀਡੈਂਟ ਹੁੰਦਾ। ਠੀਕ ਹੈ ਜੀ, ਤਾਂ ਇਹ ਤਿੰਨਾਂ ਨੂੰ ਮਿਲਾ ਕੇ ਪਾਰਲੀਮੈਂਟ ਬਣਦੀ ਹੈ। ਲੋਕ ਸਭਾ 'ਚੋਂ ਬਿੱਲ ਪਾਸ ਹੁੰਦਾ, ਫਿਰ ਰਾਜ ਸਭਾ 'ਚੋਂ ਹੁੰਦਾ, ਫਿਰ ਪ੍ਰੈਜ਼ੀਡੈਂਟ ਦੇ ਸਾਈਨ ਹੋ ਕੇ ਉਹ ਬਿੱਲ ਹੈ ਜਿਹੜਾ ਉਹ ਕਾਨੂੰਨ ਬਣ ਜਾਂਦਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਓ। ਤਾਂ ਪਾਰਲੀਮੈਂਟ ਕੋਲ ਉਹ ਸ਼ਕਤੀ ਹੈ ਜਿਹੜੀ ਕਿ ਕਿਸੇ ਸਟੇਟ ਦਾ ਨਾਮ ਵੀ ਚੇਂਜ ਕਰ ਸਕਦੀ ਅਤੇ ਬਾਉਂਡਰੀ ਵੀ ਸੈੱਟ ਕਰ ਸਕਦੀ ਹੈ। ਤਾਂ ਆਨਸਰ ਨੰਬਰ 3 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਅਨੁਛੇਦ ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਨਾਲ ਸੰਬੰਧਿਤ ਹੈ? ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਇਨਵਾਇਰਨਮੈਂਟ ਐਂਡ ਵਾਈਲਡ ਲਾਈਫ ਪ੍ਰੋਟੈਕਸ਼ਨ? ਤਾਂ ਆਰਟੀਕਲ 45, ਆਰਟੀਕਲ 50, ਆਰਟੀਕਲ 14, ਆਰਟੀਕਲ 48A। ਤਾਂ ਉਹ ਕਿਹੜਾ ਆਰਟੀਕਲ ਹੈ? ਤਾਂ ਆਰਟੀਕਲ ਜਿਹੜਾ 45 ਹੈ ਇਹ ਮਤਲਬ ਇਹਦਾ ਸਬਜੈਕਟ ਮੈਟਰ ਚੇਂਜ ਕੀਤਾ ਗਿਆ ਸੀ 86th ਅਮੈਂਡਮੈਂਟ ਦੇ ਥਰੂ, 2002 ਦੇ ਵਿੱਚ ਹੋਈ ਹੈ। ਤਾਂ ਇਹਦੇ ਵਿੱਚ ਵੀ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਬਾਰੇ ਲਿਖਿਆ ਗਿਆ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਆਰਟੀਕਲ ਜਿਹੜਾ 50 ਹੈ ਇਹ ਕਾਹਦੇ ਲਈ ਹੈ? ਸੈਪਰੇਸ਼ਨ ਆਫ ਜੁਡੀਸ਼ਰੀ ਐਂਡ ਐਗਜ਼ੈਕਟਿਵ ਦੇ ਲਈ ਹੈ। ਆਰਟੀਕਲ 14 ਜਿਹੜਾ ਉਹ ਇਕੁਐਲਿਟੀ ਬਿਫੋਰ ਲਾਅ ਅਤੇ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਦੇ ਨਾਲ ਸੰਬੰਧਿਤ ਹੈ, ਰਾਈਟ ਟੂ ਇਕੁਐਲਿਟੀ 'ਤੇ। ਤਾਂ ਜਿਹੜਾ ਬਚਿਆ ਆਰਟੀਕਲ ਹੈ ਉਹ ਕਿਹੜਾ? ਆਰਟੀਕਲ 48A। ਠੀਕ ਹੈ ਜੀ, ਤਾਂ ਆਰਟੀਕਲ 48A ਹੈ, ਇਹਦੇ ਵਿੱਚ ਇਹ ਲਿਖਿਆ ਹੋਇਆ ਕਿ ਆਪਾਂ ਇਨਵਾਇਰਨਮੈਂਟ ਅਤੇ ਜੰਗਲੀ ਜੀਵਾਂ ਦੀ ਰੱਖਿਆ ਕਰਨੀ ਆ। ਤਾਂ ਆਨਸਰ ਨੰਬਰ 2 ਆਊਗਾ। ਤਾਂ ਇਹ ਕਾਹਦਾ ਪਾਰਟ ਹੈ? DPSP ਦਾ ਪਾਰਟ ਹੈ। ਠੀਕ ਹੈ ਜੀ, ਤਾਂ DPSP ਦਾ ਪਾਰਟ ਇਹ ਆਰਟੀਕਲ 48A। ਠੀਕ ਹੈ ਜੀ, ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਅਨੁਛੇਦ ਅਟਾਰਨੀ ਜਨਰਲ ਨਾਲ ਸੰਬੰਧਿਤ ਹੈ? ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਅਟਾਰਨੀ ਜਨਰਲ ਆਫ ਇੰਡੀਆ? ਤਾਂ ਇਹਨੂੰ ਹੋਰ ਕੀ ਕਿਹਾ ਜਾਂਦਾ ਹੈ? ਫਸਟ ਲਾਅ ਆਫਿਸਰ ਆਫ ਇੰਡੀਆ। ਠੀਕ ਹੈ ਜੀ, ਤਾਂ ਫਸਟ ਲਾਅ ਆਫਿਸਰ ਹੈ ਇਹ ਇੰਡੀਆ ਦਾ। ਠੀਕ ਹੈ ਜੀ, ਇਹ ਤੁਹਾਨੂੰ ਪੁੱਛਿਆ ਜਾਊਗਾ ਕਿ ਫਸਟ ਲਾਅ ਆਫਿਸਰ ਇੰਡੀਆ ਦਾ ਕੌਣ ਹੈ? ਤਾਂ ਉਹ ਹੈ ਆਪਣਾ ਅਟਾਰਨੀ ਜਨਰਲ। ਠੀਕ ਹੈ ਜੀ, ਤਾਂ ਇਹ ਕਾਨੂੰਨ ਦੇ ਸੰਬੰਧ ਦੇ ਵਿੱਚ ਜਿਹੜੀ ਸਲਾਹ ਮਤਲਬ ਦਿੰਦਾ ਇੰਡੀਆ ਨੂੰ, ਤਾਂ ਇਹਨੂੰ ਕਿਹਾ ਜਾਂਦਾ ਫਸਟ ਲਾਅ ਆਫਿਸਰ ਆਫ ਇੰਡੀਆ। ਤਾਂ ਆਰਟੀਕਲ ਜਿਹੜਾ 76 ਹੈ ਇਹਦੀ ਗੱਲ ਕਰਦਾ। ਠੀਕ ਹੈ ਜੀ, ਆਰਟੀਕਲ 76 ਦੇ ਵਿੱਚ ਇਹਦੇ ਬਾਰੇ ਲਿਖਿਆ ਗਿਆ ਅਟਾਰਨੀ ਜਨਰਲ ਦੇ ਬਾਰੇ। ਮਤਲਬ ਜਿਹੜਾ ਆਪਾਂ ਨੂੰ ਇੰਡੀਆ ਦੇ ਵਿੱਚ ਜਿਹੜਾ ਇੰਡੀਆ ਦਾ ਅਟਾਰਨੀ ਜਨਰਲ ਹੋਵੇਗਾ ਕਿ ਉਹਦੀ ਨਿਯੁਕਤੀ ਕਿਵੇਂ ਹੋਵੇਗੀ। ਠੀਕ ਹੈ ਜੀ, ਕਿ ਹੋਣਾ ਚਾਹੀਦਾ ਇੰਡੀਆ ਦਾ ਅਟਾਰਨੀ ਜਨਰਲ। ਤਾਂ ਇਹ ਸਾਰੀਆਂ ਗੱਲਾਂ ਕਾਹਦੇ ਵਿੱਚ ਲਿਖੀਆਂ ਗਈਆਂ? ਆਰਟੀਕਲ 76 ਦੇ ਵਿੱਚ। ਤਾਂ ਇਹ ਬਹੁਤ ਵਾਰ ਪੁੱਛਿਆ ਗਿਆ ਕਿ ਜਿਹੜਾ ਅਟਾਰਨੀ ਜਨਰਲ ਦੇ ਨਾਲ ਜਿਹੜਾ ਸੰਬੰਧਿਤ ਆਰਟੀਕਲ ਹੈ ਉਹ ਕਿਹੜਾ? ਤਾਂ ਆਰਟੀਕਲ 76 ਹੈ। ਠੀਕ ਹੈ ਜੀ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਆਰਟੀਕਲ 360 ਕਾਹਦੇ ਨਾਲ ਸੰਬੰਧਿਤ ਹੈ? ਫਾਈਨੈਂਸ਼ੀਅਲ ਐਮਰਜੈਂਸੀ ਦੇ ਨਾਲ। ਠੀਕ ਹੈ ਜੀ, ਤਾਂ ਫਾਈਨੈਂਸ਼ੀਅਲ ਐਮਰਜੈਂਸੀ ਜਿਹੜੀ ਲੱਗੂ ਉਹ ਆਰਟੀਕਲ 360 ਦੇ ਵਿੱਚ ਲਿਖਿਆ ਹੋਇਆ। ਆਰਟੀਕਲ 72 ਦੇ ਵਿੱਚ ਜਿਹੜੀ ਪ੍ਰੈਜ਼ੀਡੈਂਟ ਦੀ ਪਾਰਡਨ ਪਾਵਰ ਹੈ ਉਹਦੇ ਬਾਰੇ ਲਿਖਿਆ ਹੋਇਆ। ਅਤੇ ਆਰਟੀਕਲ 52 ਕਿਹਦੇ ਨਾਲ ਸੰਬੰਧਿਤ ਹੈ? ਇਹ ਵੀ ਆਪਣੇ ਪ੍ਰੈਜ਼ੀਡੈਂਟ ਦੀ ਨਿਯੁਕਤੀ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਤਾਂ ਆਨਸਰ ਨੰਬਰ ਇਹਦਾ ਆਊਗਾ, ਆਨਸਰ ਨੰਬਰ 1 ਆਊਗਾ। ਠੀਕ ਹੈ ਜੀ, ਆਰਟੀਕਲ 76 ਜਿਹੜਾ ਸੰਬੰਧਿਤ ਹੈ ਉਹ ਆਪਣੇ ਅਟਾਰਨੀ ਜਨਰਲ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਤਾਂ ਆਨਸਰ ਨੰਬਰ 1 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧ ਧਰਮ ਦੀ ਦੂਜੀ ਮੀਟਿੰਗ ਕਿੱਥੇ ਹੋਈ? ਦੀ ਸੈਕਿੰਡ ਬੁੱਧਿਸਟ ਕਾਉਂਸਿਲ ਹੈਲਡ ਇਨ
ਰਾਜਗ੍ਰਹਿ, ਵਿਸ਼ਾਲੀ, ਪਾਟਲੀਪੁੱਤਰ ਜਾਂ ਕੁੰਡਲਵਨ। ਤਾਂ ਬੁੱਧ ਧਰਮ ਦੀ ਜਿਹੜੀ ਦੂਜੀ ਮੀਟਿੰਗ ਹੈ ਇਹ ਕਿੱਥੇ ਹੋਈ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਆਨਸਰ ਨੰਬਰ 2 ਆਊਗਾ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ, ਇਹਦਾ ਵੈਸ਼ਾਲੀ ਦੇ ਵਿੱਚ ਹੋਈ ਹੈ, ਠੀਕ ਹੈ ਜੀ। ਤਾਂ ਰੂਲਰ ਕੌਣ ਸੀ ਉਸ ਟਾਈਮ 'ਤੇ? ਕਾਲਾ ਅਸ਼ੋਕ, ਠੀਕ ਹੈ ਜੀ। ਕਾਲਾ ਅਸ਼ੋਕ ਨੇ ਇਹ ਮੀਟਿੰਗ ਜਿਹੜੀ ਔਰਗੇਨਾਈਜ਼ ਕੀਤੀ ਸੀ। ਤਾਂ 383 BC ਦੇ ਵਿੱਚ ਇਹ ਮੀਟਿੰਗ ਹੋਈ ਹੈ, ਇਹ ਤੁਸੀਂ ਯਾਦ ਰੱਖਿਓ। ਬੁੱਧ ਧਰਮ ਦੀਆਂ ਜਿਹੜੀਆਂ ਮੀਟਿੰਗਸ ਨੇ ਇਹ ਬਹੁਤ ਪੁੱਛੀਆਂ ਜਾਂਦੀਆਂ। ਤਾਂ ਕਿੱਥੇ ਹੋਈ ਹੈ ਇਹ? ਵੈਸ਼ਾਲੀ ਦੇ ਵਿੱਚ। ਅਤੇ ਰੂਲਰ ਕੌਣ ਸੀ ਉਸ ਟਾਈਮ 'ਤੇ? ਕਾਲਾ ਅਸ਼ੋਕ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਾਕਿਸਤਾਨ ਦੀ ਧਾਰਨਾ ਕਿਸ ਦੀ ਹੈ? ਹੂ ਪ੍ਰਪੋਜ਼ ਦੀ ਟਰਮ ਪਾਕਿਸਤਾਨ? ਚੌਧਰੀ ਰਹਿਮਤ ਅਲੀ, ਮੁਹੰਮਦ ਅਲੀ ਜਿਨਾ, ਆਗਾ ਖਾਨ ਜਾਂ ਸਲੀਮੁੱਲਾ ਖਾਨ? ਤਾਂ ਪਾਕਿਸਤਾਨ ਜਿਹੜਾ ਵਰਡ ਜਿਹੜਾ ਇਹ ਕੁਆਇੰਡ ਕੀਤਾ ਹੈ, ਕਿਹਨੇ ਕੀਤਾ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਬਹੁਤ ਇੰਪੋਰਟੈਂਟ ਕੁਐਸਚਨ ਇਹ ਬਣ ਜਾਂਦਾ ਅਤੇ ਬਹੁਤ ਵਾਰ ਇਹ ਪੁੱਛਿਆ ਗਿਆ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ। ਚੌਧਰੀ ਰਹਿਮਤ ਅਲੀ ਨੇ ਇਹ ਵਰਡ ਜਿਹੜਾ ਕੁਆਇੰਡ ਕੀਤਾ ਹੈ। ਤਾਂ ਆਨਸਰ ਨੰਬਰ 1 ਆਊਗਾ ਇਹਦਾ, ਚੌਧਰੀ ਰਹਿਮਤ ਅਲੀ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤੀ ਅਸੰਤੋਖ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ? ਹੂ ਇਜ਼ ਨੋਨ ਐਜ਼ ਫਾਦਰ ਆਫ ਇੰਡੀਅਨਸ ਅਨਰੈਸਟ? ਇਹ ਕੁਐਸਚਨ ਵੀ ਹਜ਼ਾਰਾਂ ਵਾਰ ਇਹ ਪੇਪਰਾਂ ਦੇ ਵਿੱਚ ਪੁੱਛਿਆ ਗਿਆ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹਦੇ ਅੱਗੇ ਇੰਪੋਰਟੈਂਟ ਲਿਖ ਲਿਓ, ਠੀਕ ਹੈ ਜੀ। ਵੈਸੇ ਤਾਂ ਆਪਣੇ ਜਿੰਨੇ ਵੀ ਕੁਐਸਚਨ ਮੈਂ ਤੁਹਾਨੂੰ ਕਰਵਾਉਣਾ ਸਾਰੇ ਇੰਪੋਰਟੈਂਟ ਨੇ, ਬਟ ਇਹ ਕੁਐਸਚਨ ਇਹ ਬਹੁਤ ਵਾਰ ਆਇਆ ਹੋਇਆ। ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਭਗਤ ਸਿੰਘ ਜਾਂ ਗੋਪਾਲ ਕ੍ਰਿਸ਼ਨ ਗੋਖਲੇ? ਤਾਂ ਅਸੰਤੋਖ ਮਤਲਬ ਜਿਹੜੇ ਬੰਦਾ ਟਿੱਕੇ ਨਹੀਂ ਬਹਿੰਦਾ ਸੀ, ਜਿਹਨੂੰ ਆਪਾਂ ਕਹਿ ਸਕਦੇ। ਅੰਗਰੇਜ਼ ਇਹਨੂੰ ਕਹਿੰਦੇ ਸੀ ਕਿ ਫਾਦਰ ਆਫ ਇੰਡੀਅਨ ਅਨਅਰੈਸਟ। ਇਹ ਬੰਦਾ ਕਦੇ ਅਰੈਸਟ ਹੀ ਨਹੀਂ ਕਰਦਾ, ਮਤਲਬ ਇਹ ਲੱਗੇ ਹੀ ਪਿਆ ਆਜ਼ਾਦੀ ਦੀ ਲੜਾਈ ਦੇ ਲਈ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਅਤੇ ਇਹਨੂੰ ਬਾਲ ਗੰਗਾਧਰ ਤਿਲਕ ਨੂੰ ਕਿਹਾ ਜਾਂਦਾ ਫਾਦਰ ਆਫ ਇੰਡੀਅਨ ਅਨਰੈਸਟ, ਠੀਕ ਹੈ ਜੀ। ਤਾਂ ਇਹਨੂੰ ਕਿਹਨੇ ਕਿਹਾ ਸੀ, ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕਿਹੜੇ ਅੰਗਰੇਜ਼ ਨੇ ਇਹਨੂੰ ਇਹ ਕਿਹਾ ਸੀ? ਇਹ ਕਿਹਾ ਸੀ ਵੈਲੇਂਟਾਈਨ ਸ਼ਿਰੋਲ ਨੇ, ਠੀਕ ਹੈ ਜੀ। ਵੈਲੇਂਟਾਈਨ ਸ਼ਿਰੋਲ ਨੇ ਇਹਨੂੰ ਕਿਹਾ ਸੀ ਫਾਦਰ ਆਫ ਇੰਡੀਅਨ ਅਨਅਰੈਸਟ, ਤਾਂ ਬਾਲ ਗੰਗਾਧਰ ਤਿਲਕ ਨੂੰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤੀ ਵਿਸ਼ਵ ਵਿਦਿਆਲਾ ਕਾਨੂੰਨ ਕਿਸ ਨੇ ਪਾਸ ਕੀਤਾ? ਹੂ ਪਾਸ ਦੀ ਇੰਡੀਅਨ ਯੂਨੀਵਰਸਿਟੀ ਐਕਟ? ਲਾਰਡ ਡਲਹੌਜ਼ੀ, ਲਾਰਡ ਕਰਜ਼ਨ, ਲਾਰਡ ਮਿੰਟੋ, ਲਾਰਡ ਕੈਨਿੰਗ? ਤਾਂ ਉਹ ਕਿਹੜਾ ਮਤਲਬ ਗਵਰਨਰ ਜਨਰਲ ਜਾਂ ਵਾਇਸਰੋਏ ਸੀ ਜਿਹਨੇ ਇਹ ਕਾਨੂੰਨ ਪਾਸ ਕੀਤਾ? ਯੂਨੀਵਰਸਿਟੀ, ਇੰਡੀਅਨ ਯੂਨੀਵਰਸਿਟੀ ਐਕਟ। ਇਹ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ ਇਹ। ਇੰਡੀਅਨ ਯੂਨੀਵਰਸਿਟੀ ਐਕਟ ਕਿਹਨੇ ਪਾਸ ਕੀਤਾ ਸੀ? ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਲਾਰਡ ਕਰਜ਼ਨ ਨੇ ਇਹ ਪਾਸ ਕੀਤਾ ਸੀ, ਇਹ ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ 2 ਆਊਗਾ, ਲਾਰਡ ਕਰਜ਼ਨ ਨੇ। ਭਾਰਤੀ ਵਿਸ਼ਵ ਵਿਦਿਆਲਾ ਕਾਨੂੰਨ, ਇੰਡੀਅਨ ਯੂਨੀਵਰਸਿਟੀ ਐਕਟ, ਲਾਰਡ ਕਰਜ਼ਨ, ਠੀਕ ਹੈ ਜੀ। ਆਨਸਰ ਨੰਬਰ 2 ਆਊਗਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਮਨਸਬਦਾਰੀ ਪ੍ਰਥਾ ਕਿਹਨੇ ਸ਼ੁਰੂ ਕੀਤੀ? ਹੂ ਇੰਟਰੋਡਿਊਸ ਦੀ ਮਨਸਬਦਾਰੀ ਸਿਸਟਮ? ਬਾਬਰ, ਅਕਬਰ, ਔਰੰਗਜ਼ੇਬ ਜਾਂ ਜਹਾਂਗੀਰ? ਤਾਂ ਮਨਸਬਦਾਰੀ ਪ੍ਰਥਾ ਬਾਰੇ ਵੀ ਤੁਹਾਨੂੰ ਪੁੱਛਿਆ ਜਾਊਗਾ ਕਿਹਨੇ ਸਟਾਰਟ ਕੀਤੀ ਸੀ? ਤਾਂ ਮਨਸਬਦਾਰੀ ਪ੍ਰਥਾ ਜਿਹੜੀ ਸਟਾਰਟ ਕੀਤੀ ਸੀ ਉਹ ਕੀਤੀ ਸੀ ਅਕਬਰ ਨੇ, ਠੀਕ। ਆਨਸਰ ਨੰਬਰ 2 ਆਊਗਾ। ਤਾਂ ਅਕਬਰ ਨੇ ਜਿਹੜੀ ਇਹ ਪ੍ਰਥਾ ਲਾਂਚ ਕੀਤੀ ਸੀ ਮਨਸਬਦਾਰੀ, ਠੀਕ ਹੈ ਜੀ। ਆਨਸਰ ਨੰਬਰ 2 ਆਊਗਾ ਇਹਦਾ, ਇਹ ਤੁਸੀਂ ਯਾਦ ਰੱਖਣਾ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਇਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਤਾਂ ਅੱਜ ਦੇ ਜਿਹੜੇ ਆਪਣੇ 15 ਕੁਐਸਚਨ ਹੈ ਅਤੇ ਇਹਨਾਂ ਦੇ ਨਾਲ ਜਿੰਨੇ ਵੀ ਰਿਲੇਟਡ ਫੈਕਟ ਨੇ ਉਹ ਵੀ ਆਪਾਂ ਤੁਹਾਡੇ ਨਾਲ ਕਲੀਅਰ ਕਰਵਾਏ ਨੇ, ਠੀਕ ਹੈ ਜੀ। ਤਾਂ ਇਹ ਸਾਰੇ ਕੁਐਸਚਨ ਨੋਟ ਕਰ ਲਿਓ, ਵੀਡੀਓ ਨੂੰ 2-3 ਵਾਰ ਦੇਖ ਲਿਓ, ਠੀਕ ਹੈ ਜੀ। ਤੁਹਾਡੀ ਰਿਵੀਜ਼ਨ ਵਧੀਆ ਤਰੀਕੇ ਨਾਲ ਹੋ ਜਾਊਗੀ। ਅਤੇ ਜੇਕਰ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ ਅਤੇ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਜਿੰਨੇ ਵੀ ਆਪਣੇ ਸੈਸ਼ਨ ਹੈ ਉਹ ਸਾਰੇ ਔਨਗੋਇੰਗ ਨੇ ਲੂਸੈਂਟ ਜੀਕੇ ਦੇ, ਅਤੇ ਇਹ ਸਾਰੇ ਆਉਂਦੇ ਰਹਿਣਗੇ। ਤਾਂ ਤੁਹਾਡੀ ਤਿਆਰੀ ਆਪਾਂ ਵਧੀਆ ਤਰੀਕੇ ਨਾਲ ਕਰਵਾਵਾਂਗੇ ਸਟੈਟਿਕ ਜੀਕੇ ਦੀ। ਤਾਂ ਇਹ ਸਾਰੇ ਸੈਸ਼ਨ ਤੁਸੀਂ ਇੱਕ ਵੀ ਸੈਸ਼ਨ ਮਿਸ ਨਾ ਕਰਿਓ ਆਪਣਾ, ਸਾਰੇ ਬੈਕ ਟੂ ਬੈਕ ਲਗਾਇਓ ਤਾਂ ਤੁਹਾਨੂੰ ਵਧੀਆ ਤਰੀਕੇ ਨਾਲ ਇਹ ਸਮਝ ਆਉਣਗੇ ਜੇਕਰ ਤੁਸੀਂ ਇਹ ਬੈਕ ਟੂ ਬੈਕ ਲਗਾਉਂਦੇ ਹੋ, ਠੀਕ ਹੈ ਜੀ। ਤਾਂ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਇਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।